Good morning to everyone. Students, today we are going to discuss about the social responsibility toward different interest groups. Means कि business enterprise ਦੀ ਕਿਹੜੇ sector ਦੇ regarding social responsibilities ਬਣਦੀਆਂ ਨੇ. The first is responsibilities of business towards consumer. Means consumers ਕੌਣ ਨੇ ਜਿਹੜੇ product ਨੂੰ use ਕਰਦੇ consume ਕਰਦੇ ਆ ਤੇ ਉਹਨਾਂ ਦੇ towards business ਦੀ ਕੀ responsibility ਆ. The first is production of safe item ਬਾਈ ਮੇਨਟੇਨਿੰਗ ਕੁਆਲਿਟੀ ਸਟੈਂਡਰਡ ਮੀਨਸ ਕਿ ਜਿਹੜਾ ਵੀ ਤੁਸੀਂ ਪ੍ਰੋਡਕਟ ਉਹਨਾਂ ਨੂੰ ਸੇਲ ਆਊਟ ਕਰ ਰਹੇ ਹੋ ਉਹ ਕੀ ਹੋਣਾ ਚਾਹੀਦਾ, ਇੱਕ ਤਾਂ ਸੇਫ ਹੋਣਾ ਚਾਹੀਦਾ ਜਿਹੜਾ ਕਿ ਕਿਸੇ ਨੂੰ ਵੀ ਕਿਸੇ ਟਾਈਪ ਦਾ ਕੋਈ ਇਲੈਕਟ੍ਰਿਕ ਸ਼ੌਕ ਜਾਂ ਦਾ ਕਰੰਟ ਵਗੈਰਾ ਨਾ ਹੋਏ, ਪਲੱਸ ਉਸ ਪ੍ਰੋਡਕਟ ਦੀ ਕੁਆਲਿਟੀ ਵਧੀਆ ਹੋਣੀ ਚਾਹੀਦੀ ਆ। ਨੈਕਸਟ ਇਜ਼ ਦੀ ਟੂ ਇਨਸ਼ਿਓਰ ਰੈਗੂਲਰ ਸਪਲਾਈ ਆਫ ਗੁੱਡਸ ਐਂਡ ਸਰਵਿਸਿਜ਼। ਇਟ ਮੀਨਸ ਕਿ ਜਿਹੜਾ ਵੀ ਤੁਸੀਂ ਗੁੱਡ ਸਪਲਾਈ ਕਰ ਰਹੇ ਹੋ ਉਹ ਰੈਗੂਲਰ ਹੋਣਾ ਚਾਹੀਦਾ ਆ। ਇਹ ਨਹੀਂ ਆ ਕਿ ਇੱਕ ਪ੍ਰੋਡਕਟ ਕੰਜ਼ਿਊਮਰ ਤੁਹਾਡੇ ਕੋਲੋਂ ਲੈ ਕੇ ਗਿਆ ਦੈਨ ਉਹ ਦੁਬਾਰਾ ਉਹ ਪ੍ਰੋਡਕਟ ਨੂੰ ਪਰਚੇਜ਼ ਕਰਨ ਲਈ ਆਇਆ ਅਤੇ ਉਹ ਪ੍ਰੋਡਕਟ ਉਹਨੂੰ ਮਿਲੇ ਹੀ ਨਾ। ਸੋ ਪ੍ਰੋਡਕਟ ਤੁਹਾਡੇ ਕੋਲ ਅਵੇਲੇਬਲ ਹੋਣਾ ਚਾਹੀਦਾ ਆ। ਜਿਹੜੀ ਵੀ ਸਰਵਿਸਿਜ਼ ਐਂਡ ਗੁੱਡਸ ਤੁਸੀਂ ਕੰਜ਼ਿਊਮਰ ਨੂੰ ਪ੍ਰੋਵਾਈਡ ਕਰ ਰਹੇ ਹੋ ਦੈਟ ਸ਼ੁੱਡ ਬੀ ਔਨ ਦਾ ਰੈਗੂਲਰ ਬੇਸਿਸ। ਨੈਕਸਟ ਇਜ਼ ਟੂ ਐਜੂਕੇਟ ਕਸਟਮਰ ਰਿਗਾਰਡਿੰਗ ਦ ਯੂਜ਼ ਐਂਡ ਕੰਟੈਂਟ ਆਫ ਦਾ ਪ੍ਰੋਡਕਟ। ਜਦੋਂ ਵੀ ਪ੍ਰੋਡਕਟ ਸੇਲ ਆਊਟ ਕਰਦੇ ਹਾਂ ਕਸਟਮਰ ਨੂੰ ਪ੍ਰੋਡਕਟ ਦੇ ਬਾਰੇ ਜ਼ਰੂਰ ਇਨਫੋਰਮੇਸ਼ਨ ਦਿਓ ਕਿ ਉਹਨੂੰ ਯੂਜ਼ ਕਿੱਦਾਂ ਕਰਨਾ ਆ ਅਤੇ ਉਹਦੇ ਕੀ ਇੰਸਟਰਕਸ਼ਨਸ ਨੇ, ਇਹ ਗਾਈਡ ਕਰਨਾ ਜ਼ਰੂਰੀ ਆ। ਬੀਇੰਗ ਟਰੂਥਫੁਲ ਇਨ ਐਡਵਰਟਾਈਜ਼ਿੰਗ। ਨਾ ਇਹਦਾ ਕੀ ਮਤਲਬ ਆ ਕਿ ਜਿਹੜੇ ਵੀ ਐਡਵਰਟੀਜ਼ਮੈਂਟ ਤੁਸੀਂ TV 'ਤੇ ਨਿਊਜ਼ਪੇਪਰ 'ਤੇ ਬੈਨਰਸ 'ਤੇ ਦੇਖਦੇ ਹੋ ਪ੍ਰੋਡਕਟ ਬਾਰੇ ਬੋਲਦੇ ਹੋ ਕਿ ਹਾਂ ਇਹ ਇੰਨਾ % ਪਿਓਰ ਆ ਜਾਂ ਇਹਦਾ ਇੰਨਾ 100% ਰਿਜ਼ਲਟ ਆ, 99.9% ਰਿਜ਼ਲਟ ਆ। ਸੋ ਐਕਚੁਅਲ ਦੇ ਵਿੱਚ ਵੀ ਉਹ ਪ੍ਰੋਡਕਟ ਦੇ ਵਿੱਚ ਓਨੀ ਕੁਆਲਿਟੀ ਹੋਣੀ ਚਾਹੀਦੀ ਆ। ਟੂ ਫੋਲੋ ਫੇਅਰ ਟਰੇਡ ਪ੍ਰੈਕਟਿਸਿਸ। ਕੋਈ ਵੀ ਇਹੋ ਜਿਹਾ ਮਤਲਬ ਜਿਹੜਾ ਟਰੈਕ ਆ ਉਹ ਤੁਹਾਡਾ ਇਲੀਗਲ ਨਹੀਂ ਹੋਣਾ ਚਾਹੀਦਾ। ਕਈ ਵਾਰੀ ਕੀ ਕਰਦੇ ਆ ਆਪਾਂ ਕਸਟਮਰ ਦੇ ਨਾਲ ਬਲੈਕ ਮਾਰਕੀਟਿੰਗ ਕਰਦੇ ਆ ਜਾਂ ਕੋਈ ਡੁਪਲੀਕੇਟ ਪ੍ਰੋਡਕਟ ਪ੍ਰੋਵਾਈਡ ਕਰ ਦਿੰਦੇ ਆ। ਸੋ ਉੱਦਾਂ ਦਾ ਕੋਈ ਵੀ ਅਨਫੇਅਰ ਟਰੇਡ ਜਿਹੜਾ ਨਹੀਂ ਹੋਣਾ ਚਾਹੀਦਾ। ਟੂ ਹੈਂਡਲ ਕਸਟਮਰ ਕੰਪਲੇਨ ਐਂਡ ਗ੍ਰੀਵੈਂਸਿਸ ਕੁਇਕਲੀ। ਜੇ ਕੋਈ ਕਸਟਮਰ ਕੰਪਲੇਨ ਫਾਈਲ ਕਰਦਾ ਆ ਦੈਨ ਉਹਦੀ ਪ੍ਰੋਬਲਮ ਜਿਹੜੀ ਆ ਜਿੰਨੀ ਜਲਦ ਤੋਂ ਜਲਦ ਤੁਸੀਂ ਸੋਲਵ ਕਰੋਗੇ ਤੁਹਾਡੇ ਬਿਜ਼ਨਸ ਲਈ ਓਨਾ ਹੀ ਉਹ ਪਲੱਸ ਪੁਆਇੰਟ ਹੁੰਦਾ ਆ। ਜਿੱਦਾਂ ਕਿ ਹੁਣ ਆਪਾਂ ਕਸਟਮਰ ਕੇਅਰ 'ਤੇ ਕਾਲ ਕਰਦੇ ਹਾਂ, ਕੋਈ ਆਈਡੀਆ ਕਾਲ ਸੈਂਟਰ ਆ, ਕੋਈ ਵੋਡਾਫੋਨ ਆ। ਸੋ ਅਗਰ ਉਹ ਤੁਹਾਡੀ ਗ੍ਰੀਵੈਂਸਿਸ ਨੂੰ ਜਲਦ ਤੋਂ ਜਲਦ ਹੈਂਡਲ ਕਰ ਲੈਂਦੇ ਆ ਦੈਨ ਉਹ ਉਹਨਾਂ ਦਾ ਇੱਕ ਪਲੱਸ ਪੁਆਇੰਟ ਬਣ ਜਾਂਦਾ ਆ। ਨੈਕਸਟ ਇਜ਼ ਰਿਸਪੋਂਸਿਬਿਲਿਟੀ ਟੂਵਰਡਸ ਇੰਪਲੋਈਜ਼। ਨਾ ਜਿਹੜੇ ਇੰਪਲੋਈਜ਼ ਤੁਹਾਡੀ ਕੰਪਨੀ ਦੇ ਵਿੱਚ ਵਰਕ ਕਰ ਰਹੇ ਆ ਉਹਨਾਂ ਦੇ ਟੂਵਰਡਸ ਵੀ ਤੁਹਾਡੀ ਕੁਝ ਸੋਸ਼ਲ ਰਿਸਪੋਂਸਿਬਿਲਿਟੀਜ਼ ਬਣਦੀਆਂ ਆ। ਫਰਸਟ ਇਜ਼ ਪ੍ਰੋਵਾਈਡਿੰਗ ਫੇਅਰ ਕੰਪਨਸੇਸ਼ਨ ਐਂਡ ਬੈਨੀਫਿਟਸ। ਕੰਪਨਸੇਸ਼ਨ ਦਾ ਕੀ ਮਤਲਬ ਆ ਕਿ ਜਿਹੜੇ ਵੀ ਆਪਾਂ ਇੰਪਲੋਈਜ਼ ਨੂੰ ਕੋਈ ਸੈਲਰੀ ਵਗੈਰਾ ਕੋਈ ਵੇਜਸ ਪੇ ਕਰ ਰਹੇ ਦੈਟ ਇਜ਼ ਉਹਨਾਂ ਨੂੰ ਕੰਪਨਸੇਟ ਕਰ ਰਹੇ ਹੋ। ਅਤੇ ਬੈਨੀਫਿਟਸ ਹੋ ਗਿਆ ਕਿ ਉਸ ਸੈਲਰੀ ਵੇਜਸ ਤੋਂ ਇਲਾਵਾ ਕੁਝ ਫਾਇਦੇ ਐਡੀਸ਼ਨਲ ਬੈਨੀਫਿਟਸ, ਚਾਹੇ ਉਹ ਓਵਰ ਟਾਈਮ ਹੋਏ, ਚਾਹੇ ਉਹ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਨੂੰ ਰਿਵਾਰਡ ਮਿਲ ਰਿਹਾ ਹੈ, ਬੋਨਸ ਮਿਲ ਰਿਹਾ ਆ। ਸੋ ਇੱਦਾਂ ਦੇ ਇੰਪਲੋਈਜ਼ ਨੂੰ ਤੁਹਾਨੂੰ ਪ੍ਰੋਵਾਈਡ ਕਰਨਾ ਚਾਹੀਦਾ ਆ। ਨੈਕਸਟ ਇਜ਼ ਪ੍ਰੋਵਾਈਡਿੰਗ ਗੁੱਡ ਐਂਡ ਸੇਫ ਵਰਕਿੰਗ ਕੰਡੀਸ਼ਨਸ। ਜਿਹੜੇ ਵਰਕਿੰਗ ਇਨਵਾਇਰਮੈਂਟ ਦੇ ਵਿੱਚ ਇੱਕ ਇੰਪਲੋਈ ਵਰਕ ਕਰ ਰਿਹਾ ਆ ਉਹ ਕੀ ਹੋਣਾ ਚਾਹੀਦਾ ਆ, ਵਧੀਆ ਹੋਣਾ ਚਾਹੀਦਾ। ਸਭ ਤੋਂ ਪਹਿਲਾਂ ਹਾਈਜੀਨਿਕ ਹੋਣਾ ਚਾਹੀਦਾ ਆ, ਕਲੀਨ ਹੋਣਾ ਚਾਹੀਦਾ ਆ ਐਂਡ ਨੈਕਸਟ ਇਜ਼ ਸੇਫ ਹੋਣਾ ਚਾਹੀਦਾ ਆ। ਕਿਸੇ ਤਰ੍ਹਾਂ ਦੀ ਕੋਈ ਹੈਲਥ ਨੂੰ ਕੋਈ ਹਾਰਮਫੁਲ ਇਫੈਕਟ ਜਿਨ੍ਹਾਂ ਦੇ ਨਾ ਪਏ। ਨੈਕਸਟ ਇਜ਼ ਪ੍ਰੋਵਾਈਡਿੰਗ ਓਪਰਚੁਨਿਟੀ ਫॉर ਪਰਸਨਲ ਗਰੋਥ ਐਂਡ ਡਿਵੈਲਪਮੈਂਟ। ਇੰਪਲੋਈਜ਼ ਨੂੰ ਮੌਕਾ ਦੇਣਾ ਚਾਹੀਦਾ ਆ ਕਿ ਆਪਣੇ ਸਜੈਸ਼ਨਸ ਵਗੈਰਾ ਪੁੱਟ ਕਰਨ ਅਤੇ ਆਪਣਾ ਜਿਹੜਾ ਉਹਨਾਂ ਦੀ ਇਨਰ ਕੁਆਲਿਟੀ ਆ ਉਹ ਬਾਹਰ ਸ਼ੋਅ ਕਰਨ। ਤੁਹਾਨੂੰ ਮਤਲਬ ਕਿ ਮੌਕਾ ਦਿਓਗੇ ਤਾਂ ਹੀ ਉਹ ਕੰਮ ਕਰਕੇ ਦਿਖਾਉਣਗੇ ਅਤੇ ਇੱਕ ਤਰ੍ਹਾਂ ਦਾ ਉਹਨਾਂ ਦਾ ਪਰਸਨਲ ਗਰੋਥ ਮਤਲਬ ਕਿ ਇੰਪਲੋਈਜ਼ ਨੂੰ ਟ੍ਰੇਨਿੰਗ ਵਗੈਰਾ ਪ੍ਰੋਵਾਈਡ ਕਰਕੇ ਆਪਾਂ ਉਹਨਾਂ ਦਾ ਡਿਵੈਲਪਮੈਂਟ ਕਰ ਸਕਦੇ ਹਾਂ। ਟੂ ਡਿਵੈਲਪ ਅ ਸੈਂਸ ਆਫ ਬਿਲੋਂਗਿੰਗਨੈਸ। ਇੱਕ ਇੰਪਲੋਇਰ ਅਤੇ ਇੰਪਲੋਈ ਦੇ ਰਿਲੇਸ਼ਨ ਤੋਂ ਇਲਾਵਾ ਵੀ ਸਾਨੂੰ ਉਹਨਾਂ ਦੇ ਨਾਲ ਕੋਈ ਨਾ ਕੋਈ ਰਿਲੇਸ਼ਨ ਰੱਖਣਾ ਪੈਂਦਾ ਹੈ। ਜਿੱਦਾਂ ਕਿ ਇੱਕ ਤਰ੍ਹਾਂ ਦਾ ਮਤਲਬ ਕਿ ਜਾਣ ਪਹਿਚਾਣ ਜਿਹਨੂੰ ਬੋਲਦੇ ਆ ਕਿ ਸਿਰਫ ਇਹ ਨਹੀਂ ਕਿ ਤੁਹਾਡਾ ਉਹ ਇੰਪਲੋਈ ਆ ਤਾਂ ਤੁਸੀਂ ਉਹਦੇ ਤੋਂ ਵਰਕ ਕਰਵਾਇਆ ਐਂਡ ਇਨ ਰਿਟਰਨ ਤੁਸੀਂ ਸੈਲਰੀ ਪੇ ਕਰਤੀ। ਇਹਦੇ ਤੋਂ ਇਲਾਵਾ ਥੋੜ੍ਹਾ ਬਹੁਤ, ਜ਼ਿਆਦਾ ਨਹੀਂ, ਥੋੜ੍ਹਾ ਬਹੁਤ ਇਮਪਰਸਨਲ ਰਿਲੇਸ਼ਨ ਵੀ ਰੱਖਣਾ ਪੈਂਦਾ। ਜਿੱਦਾਂ ਕਿ ਤੁਸੀਂ ਥੋੜ੍ਹਾ ਬਹੁਤ ਉਹਦੇ ਬਾਰੇ ਵੈਲਬੀਂਗ ਬਾਰੇ ਪੁੱਛ ਲਿਆ, ਹਾਲ ਚਾਲ ਪੁੱਛ ਲਿਆ, ਫੈਮਿਲੀ ਬਾਰੇ ਪੁੱਛ ਲਿਆ, ਦੈਟਸ ਇਟ। ਸੋ ਉਹਨੂੰ ਆਪਾਂ ਬਿਲੋਂਗਿੰਗਨੈਸ ਬੋਲਦੇ ਹਾਂ। ਟੂ ਪ੍ਰੋਵਾਈਡ ਇਨਸੈਂਟਿਵ ਐਂਡ ਸਰਵਿਸਿਜ਼ ਲਾਈਕ ਹਾਊਸਿੰਗ, ਮੈਡੀਕਲ, ਇੰਸ਼ੋਰੈਂਸ, ਰਿਟਾਇਰਮੈਂਟ ਬੈਨੀਫਿਟਸ। ਕੁਛ ਤਰ੍ਹਾਂ ਦੇ ਇੰਸੈਂਟਿਵ ਦਾ ਮਤਲਬ ਹੁੰਦਾ ਜਿਹੜੀ ਆਪਾਂ ਸੈਲਰੀ ਤੋਂ ਇਲਾਵਾ ਇੰਪਲੋਈ ਨੂੰ ਪੇ ਕਰਦੇ ਹਾਂ। ਜਿੱਦਾਂ ਕਿ ਤੁਸੀਂ ਸੇਲ ਡਿਪਾਰਟਮੈਂਟ ਬਾਰੇ ਸੁਣਿਆ ਹੀ ਆ ਅਤੇ ਉਹਦੇ ਵਿੱਚ ਕੀ ਉਹਨਾਂ ਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਆ ਕਿ ਤੁਸੀਂ ਅਗਰ 100 ਯੂਨਿਟ ਜਾਂ 100 ਪ੍ਰੋਡਕਟ ਸੇਲ ਕਰਤੇ ਤਾਂ ਤੁਹਾਨੂੰ ਇੰਨਾ ਐਡੀਸ਼ਨਲ ਬੈਨੀਫਿਟ ਮਿਲੇਗਾ। ਦੈਟ ਇਜ਼ ਦਾ ਇਨਸੈਂਟਿਵ ਕਿ ਜਿਹੜਾ ਸੈਲਰੀ ਤੋਂ ਇਲਾਵਾ ਉਹਨਾਂ ਨੂੰ ਮਿਲਣਾ ਹੀ ਆ।
ਐਂਡ ਸਰਵਿਸਿਜ਼ ਪ੍ਰੋਵਾਈਡ ਕਰ ਸਕਦੇ, ਜਿੱਦਾਂ ਕਿ ਕਿਸੇ ਨੂੰ ਹਾਊਸ ਫੈਸਿਲਿਟੀ ਦੇ ਦਿੱਤੀ ਜਾਂ ਮੈਡੀਕਲ ਫੈਸਿਲਿਟੀਜ਼ ਦੇ ਦਿੱਤੀ ਜਾਂ ਇੰਸ਼ੋਰੈਂਸ ਤੁਸੀਂ ਕਰਵਾ ਦਿੱਤਾ ਆਪਣੇ ਇੰਪਲੋਈਜ਼ ਦਾ, ਐਂਡ ਦ ਰਿਟਾਇਰਮੈਂਟ ਬੈਨੀਫਿਟਸ ਕਿ ਜਦੋਂ ਇੰਪਲੋਈ ਤੁਹਾਡੀ ਕੰਪਨੀ ਤੋਂ ਰਿਟਾਇਰ ਹੋਏਗਾ ਦੈਨ ਉਹਨਾਂ ਨੂੰ ਤੁਸੀਂ ਇਹ ਪੇ ਕਰੋਗੇ। ਸੋ ਥੀਜ਼ ਆਰ ਦ all types of services which a businessman should provide to the employees. Next is responsibility towards the owners, shareholders and investors. Owners कौन है? जिहड़े कंपनी दे ओनर आ, जिन्हां ने पैसा इन्वेस्ट कीता है कंपनी च। शेयर होल्डर्स कौन आ? जिहड़े कंपनी दे शेयर परचेज करते आ। सो उन्हां ने भी अपना जिहड़ा अमाउंट आ इन्वेस्ट कीता आ। नैक्सट इज़ दी इन्वैसटर्स। सो ये एक डिफरेंट नेम्स ने जिन्हों ने मतलब कि है इको चीज़ है कि तिन्हों ने की किया अपने बिजनेस विच पैसा इन्वेस्ट किया कादे लई, ताकि उन्होंने वध तो वध प्रॉफिट होए। तो उन्होंने रिगार्डिंग उन्होंने टूवर्ड्स की रिस्पॉन्सिबिलिटी ने द फर्स्ट इज़ टू इंश्योर सेफ्टी ऑफ इन्वेस्टमेंट। उन्होंने इंश्योर करना कि जिहड़ा भी तुसीं बिजनेस दे विच अपनी इन्वेस्टमेंट की है दैट इज़ सेफ। टू इंश्योर फेयर एंड रेगूलर रिटर्न ऑन इन्वेस्टमेंट। हुण शेयर होल्डर्स ने अपना पैसा इन्वेस्ट किया आ विद अ मोटिव कि उन्होंने इन्ना एडिशनल या उन्हों का अमाउंट जिहड़ा आ प्रॉफिट जिहड़ा आ वो डबल हो जाएगा, जिन्हों आप इंटरस्ट बोल दें कि मैनू इन्ना इंटरस्ट इन्ना डिविडेंट मिलेगा। सो बिजनेस टर्म के आप उन्होंने जो शेयर होल्डर्स के डिविडेंट बोलते हैं तो कितना डिविडेंट उन्होंने मिलेगा। सो ये रिस्पॉन्सिबिलिटी है बिजनेस की उन्होंने एक तरह का कॉन्फिडेंस दिवाना कि हाँ तुहाडा पैसा बिल्कुल सेफ आ, तुहाडा पैसा किते भी मतलब कि डुबेगा नहीं, तुहानू रिटर्न जिहड़ी आ कंटिन्यूसली मिलती रहेगी। टू गिव कंप्लीट इंफॉर्मेशन रिगार्डिंग दी फाइनैशियल पोजीशन ऑफ द बिजनेस। अपने कंपनी के बारे जिहड़ियां भी फाइनैशियल डिटेल्स ने वो कभी भी हाइड नहीं करनी चाहिए इन्वेस्टर तो। जदों भी कोई इन्वेस्टर किसी बिजनेस दे विच अपना पैसा इन्वेस्ट करेगा तो सब तो पहला देखेगा उहदा कंपनी का अकाउंट कि कंपनी किन्ने सालों तो चल रही है, कितना प्रॉफिट अर्न कर रही है, किन्ने सालों तो प्रॉफिट अर्न कर रही है, कितना उन्होंने कोई लॉस तो नहीं होया। सो अपनी कोई भी फेक इन्फॉर्मेशन शो नहीं करनी चाहिए। टू गिव दैम अपॉर्चुनिटी टू पार्टिसिपेट इन डिसीजन मेकिंग। एक तरह का उन्होंने ये फील करवाना कि वह भी एक कंपनी का मैंबर आ। सो कोई भी तुसी अपना डिसीजन लै रहे हो उन्होंने जरूर इन्वॉल्व करो, चाहे उन्होंने डिसीजन इंप्लीमेंट होए या ना होए, बट एक इन्वॉल्वमेंट जी उन्होंने एक कॉन्फिडेंस गेन करवाती है। नैक्सट इज़ रिस्पॉन्सिबिलिटी टूवर्ड द गवर्नमेंट। नाउ बिजनेस ऑर्गेनाइजेशन की गवर्नमेंट के टूवर्ड्स की रिस्पॉन्सिबिलिटीज़ ने द फर्स्ट इज़ टू अबाइड बाय रूल्स रेगूलेशन एंड लॉज। एक कंपनी का फर्ज बनता है कि गवर्नमेंट के जोड़े भी रूल्स ने जोड़े भी उन्होंने अपने रेगूलेशनस बनाए आ उन्होंने फॉलो करे। टू पे टैक्सेस एंड ड्यूटीज़ ऑन टाइम। अपने कंपनी के जोड़े टैक्स ने जोड़े ड्यूटीज़ ने जिदा एक्साइज ड्यूटी कस्टम ड्यूटी आ सो वो जड़ियाँ टाइम ते पे होनी चाहिए। टू हैल्प इन सॉल्विंग सोशल प्रॉब्लम्स। बिजनेस जिहड़ा आ एक बिजनेस ऑर्गेनाइजेशन गवर्नमेंट का सपोर्ट कर सकता है, गवर्नमेंट की हैल्प कर सकता है सोशल प्रॉब्लम नू सॉल्व करने दे विच। जिद्दां कि हुण गवर्नमेंट की आ पॉल्यूशन रिड्यूस करना चाहती है। सो बिजनेस ऑर्गेनाइजेशन अपने इंडस्ट्री दे विच एक जिहड़ा कि पॉल्यूशन क्रिएट ना करे, चिमनीज़ वगैरह यूज़ करके इहो जी टेक्नीक यूज़ करके उस पॉल्यूशन को रिड्यूस कर सकती है। टू अडॉप्ट फेयर डीलिंग स्पेशली वैन इनवॉल्वड इन एक्सटर्नल ट्रेड सो दैट कंट्रीज रेपूटेशन इज़ मेनटेन। जदों एक बिजनेस मैन एक्सटर्नल ट्रेड करता, एक्सटर्नल ट्रेड मीनस एक्सपोर्ट करता है या इंपोर्ट करता है, किसी दूसरी कंट्री के प्रोडक्ट बेच रहा है या परचेज कर रहा है, सो एक कंपनी का नेम एंड फेम होंदा है। तो वो डीलिंग करते वेले उन्होंने बिल्कुल पोलाइटली डील करना चाहिए ताकि अपनी कंट्री की जी रैपो आ वो खराब ना हो। टू कोऑपरेट इन प्लानिंग इन्वेस्टिगेशन एंड एडमिनिस्ट्रेटिव एक्टिविटीज़ ऑफ द गवर्नमेंट। जदों भी गवर्नमेंट कई बार तुसीं देखिया होना इंस्पैक्शन लई आउंदी है तो असीं उन्हां नूं अपोज ना करिए, मना ना करिए कि नहीं असी अपनी बिजनेस की कोई भी इन्वेस्टिगेशन नहीं करन देनी। इनफैक्ट बिजनेसमैन का फर्ज ये है कि उन्हां दे नाल कोऑपरेट करे। सो जो भी बिजनेस की गवर्नमेंट की रिस्पॉन्सिबिलिटीज़ ने कि बिजनेस की एक इन्वेस्टिगेशन करना, उन्होंने एडमिन डिपार्टमेंट देखना। सो एक बिजनेसमैन का फर्ज है कि गवर्नमेंट नूं सपोर्ट करे तो उन्होंने हैल्प करे। रिस्पॉन्सिबिलिटी टूवर्ड्स द कम्यूनिटी। ना उहदे विच कौन होंदा है? सोसाइटी। टू प्रोटैक्ट द इन्वायरमेंट फ्रॉम ऑल टाइप्स ऑफ पॉल्यूशन। सारे पॉल्यूशन तो हर एक टाइप के पॉल्यूशन तो बचा के रखना। वध तो वध इंप्लॉयमेंट अपॉर्चुनिटी प्रोवाइड करना, जिहड़े कि अनइंप्लॉयड परसनस ने
ਉਹਨਾਂ ਨੂੰ ਇੱਕ ਜੋਬ ਜਿਹੜੀ ਹੈ ਪ੍ਰੋਵਾਈਡ ਕਰਨ। ਉਹ ਕਿੱਦਾਂ ਹੋ ਸਕਦਾ ਆ ਕਿ ਕੋਈ ਇੱਕ ਬੈਕਵਰਡ ਏਰੀਆ ਆ ਜਿਹੜਾ ਕਿ ਜਿੱਥੇ ਕੋਈ ਵੀ ਇੰਡਸਟਰੀ ਨਹੀਂ ਹੈ, ਅਤੇ ਆਪਾਂ ਉੱਥੇ ਆਪਣੀ ਇੰਡਸਟਰੀ ਨੂੰ ਸਟੈਬਲਿਸ਼ ਕਰਕੇ ਅਨਇੰਪਲੋਇਡ ਪਰਸਨਸ ਨੂੰ ਇੰਪਲੋਇਮੈਂਟ ਪ੍ਰੋਵਾਈਡ ਕਰ ਸਕਦੇ ਹਾਂ, ਜੋਬ ਪ੍ਰੋਵਾਈਡ ਕਰ ਸਕਦੇ ਹਾਂ। ਟੂ ਹੈਲਪ ਦਾ ਵੀਕਰ ਸੈਕਸ਼ਨ ਆਫ ਦਾ ਸੋਸਾਇਟੀ, ਜਿਹੜੇ ਵੀਕਰ ਸੈਕਸ਼ਨ ਨੇ ਸੋਸਾਇਟੀ ਦੇ, ਉਹਨਾਂ ਦੀ ਹੈਲਪ ਕਰਨੀ ਚਾਹੀਦੀ ਆ। ਟੂ ਪ੍ਰੀਜ਼ਰਵ ਸੋਸ਼ਲ ਐਂਡ ਕਲਚਰਲ ਵੈਲਿਊਜ਼, ਜਿਹੜੀਆਂ ਸੋਸਾਇਟੀ ਤੋਂ ਰਿਲੇਟਡ ਵੈਲਿਊਜ਼ ਨੇ ਉਹਨਾਂ ਨੂੰ ਬਚਾ ਕੇ ਰੱਖੀਏ, ਪ੍ਰੀਜ਼ਰਵ ਕਰਕੇ ਰੱਖੀਏ, ਉਹਨਾਂ ਦੀ ਰਿਸਪੈਕਟ ਕਰੀਏ। ਪ੍ਰੋਵਾਈਡਿੰਗ ਇਕੋਨਮਿਕ ਸਟੇਬਿਲਿਟੀ ਮੀਨਸ ਇਕੋਨਮਿਕ ਜਿਹੜੀ ਸਟੇਬਲ ਰਹੇ, ਇਕੁਅਲ ਰਹੇ। ਜਿੱਦਾਂ ਕਿ ਹੁਣ ਤੁਸੀਂ ਦੇਖ ਰਹੇ ਹੋ ਕਿ ਲੋਕਡਾਊਨ ਦੇ ਵਿੱਚ ਇਕੋਨਮੀ ਜਿਹੜੀ ਸਾਡੀ ਡਾਊਨ ਜਾ ਰਹੀ ਆ। ਸੋ ਇਹ ਕੀ ਹੋ ਗਿਆ ਕਿ ਸਟੇਬਲ ਨਹੀਂ ਆ। ਸੋ ਬਿਜ਼ਨਸਮੈਨ ਦਾ ਕੀ ਰਿਸਪੋਂਸੀਬਿਲਿਟੀ ਆ ਕਿ ਉਹ ਇਸ ਇਕੋਨਮਿਕ ਪੋਜੀਸ਼ਨ ਨੂੰ ਸਟੇਬਲ ਬਣਾ ਕੇ ਰੱਖੇ। ਰਿਸਪੋਂਸੀਬਿਲਿਟੀ ਟੂਵਰਡਸ ਸਪਲਾਇਰਸ, ਹੁਣ ਸਪਲਾਇਰਸ ਕੌਣ ਨੇ? ਜਿਹੜੇ ਕਿ ਬਿਜ਼ਨਸਮੈਨ ਨੂੰ ਗੁੱਡਸ ਸਪਲਾਈ ਕਰਦੇ ਆ, ਕੋਈ ਵੀ ਪ੍ਰੋਡਕਟ ਸਪਲਾਈ ਕਰਦੇ, ਦੈਟ ਆਰ ਦਾ ਸਪਲਾਇਰਸ। ਟੂ ਇਨਸ਼ੋਰ ਰੈਗੂਲਰ ਪੇਮੈਂਟ ਟੂ ਦੀ ਸਪਲਾਇਰ, ਤਾਂ ਤੁਹਾਡਾ ਸਭ ਤੋਂ ਪਹਿਲਾਂ ਫਰਜ਼ ਇਹ ਬਣਦਾ ਐਜ਼ ਅ ਬਿਜ਼ਨਸਮੈਨ ਕਿ ਤੁਸੀਂ ਸਪਲਾਇਰ ਨੂੰ ਟਾਈਮਲੀ ਪੇਮੈਂਟ ਕਰੋ, ਰੈਗੂਲਰ ਪੇਮੈਂਟ ਕਰਦੇ ਰਹੋ। ਟੂ ਅਡੋਪਟ ਫੇਅਰ ਡੀਲਿੰਗ ਵਿਦ ਦਾ ਸਪਲਾਇਰ, ਸਪਲਾਇਰ ਦੇ ਨਾਲ ਤੁਹਾਡੀ ਡੀਲਿੰਗ ਜਿਹੜੀ ਹੈ ਫੇਅਰ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡਾ ਰਿਕਾਰਡ ਖਰਾਬ ਨਾ ਹੋਏ, ਕਿਉਂਕਿ ਜਦੋਂ ਵੀ ਤੁਸੀਂ ਸਪਲਾਇਰ ਦਾ ਅਮਾਊਂਟ ਪੇ ਨਹੀਂ ਕਰੋਗੇ, ਨੈਕਸਟ ਟਾਈਮ ਤੋਂ ਉਹ ਤੁਹਾਨੂੰ ਪ੍ਰੋਡਕਟ ਸਪਲਾਈ ਨਹੀਂ ਕਰੇਗਾ। ਸੋ ਤੁਹਾਡਾ ਹੀ ਬਿਜ਼ਨਸ ਦਾ, ਤੁਹਾਡੇ ਹੀ ਕੰਪਨੀ ਦਾ ਇੰਪ੍ਰੈਸ਼ਨ ਜਿਹੜਾ ਆ ਮਾੜਾ ਪੈਂਦਾ ਆ। ਟੂ ਪ੍ਰੋਟੈਕਟ ਐਂਡ ਅਸਿਸਟ ਸਮਾਲ ਸਕੇਲ ਸਪਲਾਇਰ ਬਾਈ ਪਲੇਸਿੰਗ ਆਰਡਰਸ ਵਿਦ ਦੈਮ, ਨਾ ਕਈ ਸਪਲਾਇਰਸ ਇੱਦਾਂ ਦੇ ਹੁੰਦੇ ਆ ਜਿਹੜੇ ਛੋਟੇ ਹੁੰਦੇ ਆ। ਮੀਨਸ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਇੱਦਾਂ ਦਾ ਪ੍ਰੋਡਕਟ ਵਧੀਆ ਨਹੀਂ ਹੋਣਾ, ਅਸੀਂ ਕਈ ਵਾਰ ਬਿਲੀਵ ਨਹੀਂ ਕਰਦੇ, ਬਟ ਦੇਖੋ ਜਦੋਂ ਵੀ ਕੋਈ ਸਪਲਾਇਰ ਆ ਉਹ ਹਮੇਸ਼ਾ ਲਾਰਜ ਸਕੇਲ 'ਤੇ ਉਦੋਂ ਹੀ ਬਣਦਾ ਜਦੋਂ ਉਹਦਾ ਕੰਮ ਸਟਾਰਟ ਹੁੰਦਾ। ਸੋ ਸਾਨੂੰ ਹਮੇਸ਼ਾ ਫਸਟ ਚਾਂਸ ਦੇਣਾ ਚਾਹੀਦਾ ਆ। ਤੁਸੀਂ ਯੂਜ਼ ਕਰਕੇ ਦੇਖੋਗੇ ਤਾਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਸਪਲਾਇਰ ਦਾ ਪ੍ਰੋਡਕਟ ਜਿਹੜਾ ਹੈ, ਸਮਾਨ ਜਿਹੜਾ ਆ ਵਧੀਆ ਹੈ ਕਿ ਨਹੀਂ ਆ। ਸੋ ਇੱਕ ਓਪਰਚੁਨਿਟੀ ਦੇਣੀ ਚਾਹੀਦੀ ਆ, ਉਹਨਾਂ ਨੂੰ ਗਾਈਡ ਕਰਨਾ ਚਾਹੀਦਾ ਆ ਕਿ ਤੁਹਾਡਾ ਜਿਹੜਾ ਪ੍ਰੋਡਕਟ ਆ ਉਹ ਵਧੀਆ ਆ, ਅਤੇ ਜੇ ਇਨ ਕੇਸ ਕੋਈ ਕੰਪਲੇਨ ਆਉਣੀ ਆ ਦੈਨ ਤੁਸੀਂ ਉਹਨਾਂ ਨੂੰ ਸੁਜੈਸਟ ਕਰ ਸਕਦੇ ਹੋ, ਗਾਈਡ ਕਰ ਸਕਦੇ ਹੋ। ਟੂ ਗਾਈਡ ਐਂਡ ਅਸਿਸਟ ਦਾ ਸਪਲਾਇਰ ਇੰਪਰੂਵਿੰਗ ਕੁਆਲਿਟੀ ਦੇ ਪ੍ਰੋਡਕਟ, ਜਿੱਦਾਂ ਕਿ ਪ੍ਰੋਡਕਟ ਦੀ ਕੁਆਲਿਟੀ ਇੰਪਰੂਵ ਹੋਏ, ਤੁਸੀਂ ਉਹਨਾਂ ਨੂੰ ਗਾਈਡ ਕਰੋਗੇ ਅਤੇ ਓਬਵੀਅਸਲੀ ਉਹ ਨੈਕਸਟ ਟਾਈਮ ਤੋਂ ਆਪਣੇ ਪ੍ਰੋਡਕਟ ਦੇ ਵਿੱਚ ਕੁਆਲਿਟੀ ਮੇਨਟੇਨ ਕਰਨਗੇ। ਸੋ ਇਹਦੇ ਨਾਲ ਉਹਨਾਂ ਨੂੰ ਵੀ ਇੱਕ ਹੈਲਪ ਮਿਲ ਜੇਗੀ ਐਂਡ ਪਲੱਸ ਤੁਹਾਡੇ ਕੰਪਨੀ ਦੇ ਵਿੱਚ ਵੀ ਪ੍ਰੋਡਕਟ ਜਿਹੜਾ ਆ ਵਧੀਆ ਆ ਜਾਏਗਾ। ਸੋ ਇਹ ਸਾਰੀ ਰਿਸਪੋਂਸੀਬਿਲਿਟੀਜ਼ ਨੇ ਬਿਜ਼ਨਸਮੈਨ ਦੀਆਂ ਟੂਵਰਡ ਡਿਫਰੈਂਟ ਸੈਕਟਰਸ। I hope it is clear to everyone, and if there is any type of query then you may ask me. Thanks and have a nice day.